हाँ जी, सत श्री अकाल दोस्तों। मानसा 4G के चैनल ਦੇ ਵਿੱਚ ਬਹੁਤ-ਬਹੁਤ ਤੁਹਾਡਾ ਸਵਾਗਤ ਹੈ। ਅੱਜ ਆਪਾਂ ਕੰਪਿਊਟਰ ਦੀਆਂ ਜਨਰੇਸ਼ਨਾਂ ਦੇ ਬਾਰੇ ਥੋੜ੍ਹਾ ਜਿਹਾ ਆਪਾਂ ਡਿਸਕਸ ਕਰਾਂਗੇ, ਜਿਹੜੀਆਂ ਕਿ ਪੰਜਾਬ ਦੇ ਆਉਣ ਵਾਲੇ ਪੇਪਰਾਂ ਦੇ ਵਿੱਚ ਕੀ ਹੈ ਬਹੁਤ ਜ਼ਿਆਦਾ ਤੁਹਾਨੂੰ ਮਦਦ ਕਰਨਗੀਆਂ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ, ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਸ਼ੇਅਰ ਕਰਿਓ ਅਤੇ ਲਾਈਕ ਦਾ ਬਟਨ ਨਾ ਦਬਾਉਣਾ ਭੁੱਲਿਓ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਠੀਕ ਹੈ ਜੀ, ਸਟਾਰਟ ਕਰਦੇ ਹਾਂ ਆਪਾਂ ਅੱਜ। ਪਹਿਲੀ ਗੱਲ ਤਾਂ ਸ਼ੁਰੂ ਤੋਂ ਹੀ ਚੱਲਦੇ ਆ ਜਮਾਂ। ਕੰਪਿਊਟਰ ਦੀ ਡੈਫੀਨੇਸ਼ਨ ਕੀ ਹੈ ਜੀ। ਕੰਪਿਊਟਰ ਬੇਸਿਕਲੀ ਕੀ ਹੁੰਦਾ ਜੀ, ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਇਨਪੁੱਟ ਆਪਣੀ ਦਿੰਦੇ ਹਾਂ ਅਤੇ ਉਹ ਤੋਂ ਬਾਅਦ ਉਹ ਕੀ ਚੱਲਦਾ ਜੀ, ਇਨਪੁੱਟ ਦਿੰਦੇ ਹਾਂ ਜਦੋਂ ਆਪਾਂ, ਉਹ ਤੋਂ ਬਾਅਦ ਕੀ ਹੁੰਦੀ ਹੈ ਜੀ, ਪ੍ਰੋਸੈਸਿੰਗ ਹੁੰਦੀ ਹੈ। ਠੀਕ ਹੈ ਜੀ, ਅਤੇ ਉਹ ਫਿਰ ਆਪਾਂ ਨੂੰ ਕੀ ਦਿੰਦਾ ਜੀ, ਆਊਟਪੁੱਟ ਦਿੰਦਾ। ਇਹ ਡੈਫੀਨੇਸ਼ਨ ਆਪਾਂ ਸਾਰਿਆਂ ਨੇ ਕੀ ਹੈ ਜੀ, ਛੋਟੇ ਹੁੰਦੇ ਨੇ ਪੜ੍ਹੀ ਹੈ। ਠੀਕ ਹੈ, ਪੇਪਰ ਦੇ ਵਿੱਚ ਕੀ ਹੈ, ਪੁੱਛ ਵੀ ਲੈਂਦੇ ਨੇ, ਕਈ ਵਾਰ ਨਹੀਂ ਵੀ ਪੁੱਛਦੇ। ਤਾਂ ਬੇਸਿਕਲੀ ਕੀ ਨੇ ਜੀ, ਕੰਪਿਊਟਰ ਮੀਨਜ਼ ਟੂ ਕੰਪਿਊਟ ਦਾ ਮਤਲਬ ਹੁੰਦਾ ਜੀ ਟੂ ਕੈਲਕੂਲੇਟ। ਇਟ ਮੀਨਜ਼ ਟੂ ਕੈਲਕੂਲੇਟ। ਕੰਪਿਊਟਰ ਜਿਹੜਾ ਵਰਡ ਹੈ ਉਹ ਕਿਹੜੇ ਵਰਡ ਤੋਂ ਲਿਆ ਹੋਇਆ ਜੀ, ਕੰਪਿਊਟ। ਇਹ ਕੰਪਿਊਟ ਜਿਹੜਾ ਵਰਡ ਹੈ ਜੀ, ਇਹ ਕਿੱਥੋਂ ਚੱਕਿਆ ਹੋਇਆ ਵਰਡ ਹੈ ਜੀ, ਇਹ ਲੈਟਿਨ ਵਰਡ ਹੈ ਜੀ ਇਹ। ਠੀਕ ਹੈ, ਲੈਟਿਨ ਵਰਡ ਹੈ ਇੱਕ ਕੰਪਿਊਟ। ਠੀਕ ਹੈ, ਜਿਹਦਾ ਮਤਲਬ ਹੁੰਦਾ ਜੀ ਕੈਲਕੂਲੇਟ ਕਰਨਾ। ਠੀਕ ਹੈ ਜੀ, ਤਾਂ ਅੱਗੇ ਚੱਲਦੇ ਆਪਾਂ। ਫਾਦਰ ਆਫ ਕੰਪਿਊਟਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ। ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ ਇਹ, ਹਰੇਕ ਨੂੰ ਪਤਾ ਵੀ ਹੁੰਦਾ ਅਤੇ ਦੁਬਾਰੇ ਦੱਸਣ ਦਾ ਮੇਰਾ ਫਰਜ਼ ਬਣਦਾ ਹੈ। ਫਾਦਰ ਆਫ ਕੰਪਿਊਟਰ ਕੌਣ ਹੈ ਜੀ, ਚਾਰਲਸ ਬੇਬੇਜ। ਠੀਕ ਹੈ, ਚਾਰਲਸ ਬੇਬੇਜ ਹੈ ਜਿਹੜਾ ਜੀ, ਉਹ ਕੀ ਹੈ, ਫਾਦਰ ਆਫ ਕੰਪਿਊਟਰ ਹੈ। ਠੀਕ ਹੈ ਜੀ, 2 ਦਸੰਬਰ ਨੂੰ ਮੈਂ ਡੇਟ ਦਿੱਤੀ ਹੋਈ ਹੈ ਜੀ, 2 ਦਸੰਬਰ। ਇਹ ਵੀ ਬਹੁਤ ਇੰਪੋਰਟੈਂਟ ਡੇਟ ਹੈ ਜੀ। ਕੀ ਹੁੰਦਾ ਜੀ, ਕੰਪਿਊਟਰ ਲਿਟਰੇਸੀ ਡੇ। ਠੀਕ ਹੈ, ਕੰਪਿਊਟਰ ਸਾਖਰਤਾ ਦਿਵਸ। ਠੀਕ ਹੈ ਜੀ, 1 ਦਸੰਬਰ ਨੂੰ ਕੀ ਹੁੰਦਾ ਜੀ, ਏਡਸ ਡੇ। ਠੀਕ ਹੈ, ਇੱਥੋਂ ਯਾਦ ਰੱਖ ਲਿਓ ਮਾੜਾ ਜਿਹਾ। ਇਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਜੀਕੇ ਦਾ ਦੱਸਦਾ, ਕਿਉਂਕਿ ਮੇਰਾ ਫੰਡਾ ਇਹ ਹੈ ਵੀ ਮੈਂ ਇੱਕ ਚੀਜ਼ ਤੋਂ ਕਈ ਵਾਰ 10 ਚੀਜ਼ਾਂ ਦੱਸ ਦੇਣਾ। ਤਾਂ ਪਲੀਜ਼ ਆਪਦੀ ਨੌਲੇਜ ਦੇ ਵਿੱਚ ਕੀ ਹੈ, ਵਾਧਾ ਕਰਨ ਲਈ ਇਹਨੂੰ ਕੀ ਕਰੋ, ਤੁਸੀਂ ਆਪਦੀ ਕਾਪੀ ਦੇ ਉੱਤੇ ਨੋਟਸ ਬਣਾਈ ਚੱਲੋ। ਠੀਕ ਹੈ ਜੀ, ਬਹੁਤ ਹੈਲਪ ਕਰ ਰਹੇ, ਕਿਉਂਕਿ ਜਿੰਨਾ ਚਿਰ ਤੁਸੀਂ ਥਿਊਰੀ ਪੜ੍ਹੋਗੇ, ਥਿਊਰੀ ਆਪਾਂ ਇਹ ਨਹੀਂ ਵੀ ਮਤਲਬ ਸਾਰੇ ਆਪਾਂ ਥਿਊਰੀ ਕੀ ਇੱਕ ਵੀ ਸ਼ਬਦ ਨਹੀਂ ਛੱਡਾਂਗੇ, ਨਹੀਂ। ਆਪਾਂ ਨੂੰ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਜਿਹੜੀਆਂ ਚੀਜ਼ਾਂ ਆਉਣਗੀਆਂ, ਆਪਾਂ ਉਹ ਕੀ ਹੈ ਜੀ, ਡਿਸਕਸ ਕਰਾਂਗੇ। ਠੀਕ ਹੈ ਜੀ, ਚਾਰਲਸ ਬੇਬੇਜ ਨੂੰ ਕੀ ਕਿਹਾ ਜਾਂਦਾ ਜੀ, ਫਾਦਰ ਆਫ ਕੰਪਿਊਟਰ। ਠੀਕ ਹੈ ਜੀ, ਜਨਰੇਸ਼ਨ ਆਫ ਕੰਪਿਊਟਰ ਅੱਗੇ ਟੌਪਿਕ ਆ ਜਾਂਦਾ ਜੀ, ਜਨਰੇਸ਼ਨ ਆਫ ਕੰਪਿਊਟਰ। ਇਹਦੇ ਵਿੱਚ ਜੀ ਕੀ ਨੇ ਜੀ, ਕੰਪਿਊਟਰ ਦੀਆਂ ਆਪਾਂ 5 ਜਨਰੇਸ਼ਨਾਂ ਬੇਸਿਕਲੀ ਪੜ੍ਹਦੇ ਹਾਂ। ਫਸਟ ਜਨਰੇਸ਼ਨ, ਸੈਕਿੰਡ ਜਨਰੇਸ਼ਨ, ਥਰਡ ਜਨਰੇਸ਼ਨ, ਫੋਰਥ ਜਨਰੇਸ਼ਨ ਐਂਡ ਫਿਫਥ ਜਨਰੇਸ਼ਨ। ਦੇਖੋ ਜੀ, ਇੱਕ ਮੈਂ ਤੁਹਾਨੂੰ ਜਮਾਂ ਦੇਸੀ ਭਾਸ਼ਾ ਦੇ ਵਿੱਚ ਦੱਸਾਂ ਤਾਂ ਕੀ ਮਤਲਬ ਹੈ। ਦੇਖੋ ਜੀ, ਅਸੀਂ ਕੀ ਕਰਦੇ ਹਾਂ, ਅਸੀਂ ਜੇ ਆਪਾਂ 500-700 ਸਾਲ ਜਾਂ 100 ਸਾਲ ਪਹਿਲਾਂ ਹੀ ਚੱਲ ਵੜੀਏ, ਠੀਕ ਹੈ, ਤਾਂ 100 ਸਾਲ ਪਹਿਲਾਂ ਜਿਹੜੇ ਆਪਣੇ ਕੀ ਸੀਗੇ, ਦਾਦੇ ਪੜਦਾਦੇ ਸੀ, ਉਹ ਕੀ ਸੀਗੇ, ਸਿਰਫ ਪੈਦਲ ਸੀਗੇ। ਠੀਕ ਹੈ, ਪੈਦਲ ਜਾਂਦੇ ਸੀ। ਹੌਲੀ ਹੌਲੀ 10-20 ਸਾਲਾਂ ਬਾਅਦ ਕੀ ਹੋਇਆ ਜੀ, ਟਰੈਂਡ ਚੇਂਜ ਹੋਇਆ। ਤਾਂ ਕਾਹਤੇ ਆਪਣੇ ਜਿਹੜੇ ਦਾਦੇ ਸੀਗੇ, ਉਦੋਂ ਬਾਅਦ ਆਪਣੇ ਪਿਤਾ ਵਗੈਰਾ ਸੀਗੇ ਜਿਹੜੇ, ਉਹ ਕਾਹਤੇ ਆਉਣ ਲੱਗ ਗਏ, ਥੋੜ੍ਹਾ ਜਿਹਾ ਉਹਨਾਂ ਨੇ ਸਾਈਕਲ 'ਤੇ ਚੱਲਣਾ ਜਾਂ ਗੱਡਿਆਂ ਵਗੈਰਾ 'ਤੇ ਆ ਗਏ। ਠੀਕ ਹੈ, ਸਾਈਕਲ 'ਤੇ ਆਉਣ ਲੱਗ ਗਏ। ਉਦੋਂ ਬਾਅਦ ਜਿਉਂ-ਜਿਉਂ ਜਨਰੇਸ਼ਨ ਗੈਪ ਫਿਰ ਵਧਿਆ, ਫਿਰ ਕੀ ਹੋਇਆ ਜੀ, ਤੁਹਾਡੇ ਆ ਵਹੀਕਲ ਚੱਲ ਪਏ, ਜਿਵੇਂ ਬਾਈਕ ਵਗੈਰਾ। ਠੀਕ ਹੈ, ਤਾਂ ਉਦੋਂ ਬਾਅਦ ਕੀ ਹੋਇਆ ਜੀ, ਹੁਣ ਜਮਾਂ ਜਨਰੇਸ਼ਨ ਚੇਂਜ ਹੋਈ ਪਈ ਹੈ। ਤਾਂ ਹੁਣ ਕੀ ਹੈ ਜੀ, ਅਸੀਂ ਕੀ ਆ, ਕਾਰ ਤੋਂ ਬਿਨਾਂ ਕੀ ਹੈ, ਨਹੀਂ ਜਾ ਸਕਦੇ ਹੈਗੇ ਕਿਤੇ ਵੀ। ਤਾਂ ਕਾਰ ਵੀ ਇੱਕ ਕੀ ਹੋ ਗਈ, ਨਸੈਸਿਟੀ ਹੋ ਗਈ। ਠੀਕ ਹੈ, ਅਤੇ ਹੌਲੀ ਹੌਲੀ ਅਸੀਂ ਕੀ ਆ, ਆਪਦੀਆਂ ਜਨਰੇਸ਼ਨਾਂ ਜਿਹੜੀਆਂ ਉਹ ਕੀ ਕਰੀਏ ਨੇ, ਡਿਵੈਲਪ ਕਰੀਏ ਨੇ। ਤਾਂ ਇਸੇ ਤਰ੍ਹਾਂ ਹੀ ਕੰਪਿਊਟਰ ਦੀਆਂ ਕੀ ਨੇ, ਜਨਰੇਸ਼ਨਸ ਨੇ। ਠੀਕ ਹੈ, ਅਗਲੀ ਸਲਾਈਡ ਦੇ ਵਿੱਚ ਮੈਂ ਆ ਕੇ ਤੁਹਾਨੂੰ ਦੱਸੂਗਾ ਤਾਂ ਕਿਵੇਂ ਇਹ ਮਤਲਬ ਕੀ ਹੈ, ਚੇਂਜ ਹੁੰਦਾ ਰਹਿੰਦਾ ਹੈ। ਠੀਕ ਹੈ, ਜਿਹੜੀ ਇਹਦਾ ਡੇਟ ਹੈ, ਇਹ ਕੋਈ ਕਿਵੇਂ ਦੱਸਦਾ ਹੈ, ਕੋਈ ਕਿਤਾਬ ਕਿਵੇਂ ਦੱਸਦੀ ਹੈ, ਪਰ ਇਹ ਕੰਪਿਊਟਰ ਫੰਡਾਮੈਂਟਲ ਦੀ ਕਿਤਾਬ ਦੇ ਵਿੱਚੋਂ ਮੈਂ ਕੀ ਹੈ ਜੀ, IT ਦੇ ਵਿੱਚੋਂ ਚੱਕੀ ਹੋਈ ਡੇਟ ਹੈ ਜੀ ਇਹ। ਠੀਕ ਹੈ, ਲਗਭਗ ਸਹੀ ਹੋਊਗੀ। ਠੀਕ ਹੈ, ਅੱਗੇ ਚੱਲਦੇ ਹਾਂ ਜੀ ਆਪਾਂ। ਅਬੈਕਸ ਇਜ਼ ਫਸਟ ਕੈਲਕੂਲੇਟਿੰਗ ਡਿਵਾਈਸ। ਪੇਪਰ ਦੇ ਵਿੱਚ ਪੁੱਛ ਲੈਂਦਾ ਹੈ, ਵਿਚ ਇਜ਼ ਦਾ ਫੋਲੋਇੰਗ ਇਜ਼ ਫਸਟ ਕੈਲਕੂਲੇਟਿੰਗ ਡਿਵਾਈਸ। ਪਹਿਲੀ ਕੈਲਕੂਲੇਟਿੰਗ ਡਿਵਾਈਸ ਕਿਹੜੀ ਸੀ, ਉਹਦਾ ਨਾਮ ਕੀ ਸੀਗਾ ਜੀ, ਅਬੈਕਸ। ਠੀਕ ਹੈ, ਅਬੈਕਸ ਸੀਗਾ ਜੀ, ਧਿਆਨ ਰੱਖਿਓ। ਫਸਟ ਰੀਅਲ ਮਕੈਨੀਕਲ ਕੈਲਕੂਲੇਟਰ ਵਾਜ਼ ਇਨਵੈਂਟਡ ਬਾਏ ਫ੍ਰੈਂਚ ਸਾਇੰਟਿਸਟ ਐਂਡ ਮੈਥੇਮੈਟੀਸ਼ੀਅਨ। ਜਿਹੜਾ ਪਹਿਲਾ ਮਕੈਨੀਕਲ ਕੈਲਕੂਲੇਟਰ ਬਣਾਇਆ, ਪੇਪਰ 'ਚ ਪੁੱਛ ਸਕਦੇ ਆ, ਕਿਹਨੇ ਬਣਾਇਆ ਜੀ, ਬਲੇਜ਼ ਪਾਸਕਲ। ਧਿਆਨ ਰੱਖਿਓ, ਬਲੇਜ਼ ਪਾਸਕਲ। ਠੀਕ ਹੈ ਜੀ, ਅਤੇ ਹੋਰ ਆਪਾਂ ਇਹਦੇ ਬਾਰੇ ਹੋਰ ਕੀ ਡਿਸਕਸ ਕਰ ਸਕਦੇ ਹਾਂ, ਜਿਵੇਂ ਆਪਾਂ ਕੰਪਿਊਟਰ ਦੀ ਤਾਂ ਗੱਲ ਕਰ ਹੀ ਲਈ। ਫਾਦਰ ਆਫ ਸੁਪਰ ਕੰਪਿਊਟਰ,
ये याद रखना जी, साइमर करे। क्योंकि जो एक चीज़ साढ़े दिमाग 'ਚ ਦੁਬਾਰਾ ਦੁਬਾਰਾ ਪੈਂਦੀ ਰਹਿੰਦੀ है, मेरा मकसद यही है कि ਤੁਸੀਂ ਕੀ ਹੈ ਵੀਡੀਓ ਦੇਖ ਕੇ ਹੀ ਯਾਦ ਕਰ ਲਓ। ਇਹ ਜਦੋਂ ਚੀਜ਼ ਕੋਈ ਆਪਣੇ ਦੁਬਾਰੇ ਦਿਮਾਗ ਦੇ ਵਿੱਚ ਪੈਂਦੀ ਰਹਿੰਦੀ ਹੈ, ਨਾਲੇ ਤਾਂ ਆਪਣੀ ਪ੍ਰੈਕਟਿਸ ਹੋ ਜਾਂਦੀ ਹੈ, ਨਾਲੇ ਸਾਡਾ ਮਾਈਂਡ ਹੈ ਜਿਹੜਾ ਉੱਥੇ ਹੀ ਸਟੇਬਲ ਹੋ ਜਾਂਦਾ ਹੈ। ਠੀਕ ਹੈ ਜੀ। ਅੱਗੇ ਆ ਜਾਓ ਜੀ, ਡਿਟੇਲ ਇਨਫੋਰਮੇਸ਼ਨ ਆਫ ਫਸਟ ਐਂਡ ਸੈਕਿੰਡ ਜਨਰੇਸ਼ਨ ਕੰਪਿਊਟਰ। ਇਹ ਜਿਹੜੀ ਸਲਾਈਡ ਆ ਮੈਂ ਇੱਕ ਕੀ ਹੈ ਕੋਸ਼ਿਸ਼ ਕੀਤੀ ਆ ਕਿ ਦੋਨਾਂ ਕਿਹਨੂੰ, ਫਸਟ ਜਨਰੇਸ਼ਨ ਅਤੇ ਸੈਕਿੰਡ ਜਨਰੇਸ਼ਨ ਨੂੰ ਕੰਪੇਅਰ ਕਰਾਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਾਣੀ ਦੱਸ ਕੇ ਹਟਿਆ ਕਿ ਜਿਵੇਂ ਪਹਿਲੀ ਜਨਰੇਸ਼ਨ ਸੀਗੀ ਉਹ ਕੀ ਸੀਗੀ, ਪੈਦਲ ਸੀਗੀ। ਉਦੋਂ ਬਾਅਦ ਉਦੋਂ ਅਗਲੀ ਜਨਰੇਸ਼ਨ ਆਈ, ਉਹਨੇ ਥੋੜ੍ਹਾ ਜਿਹਾ ਕੀ ਕੀਤਾ, ਸਾਈਕਲਾਂ 'ਤੇ ਆਉਣਾ ਜਾਂ ਗੱਡਿਆਂ 'ਤੇ ਉਹਦੀ ਕੀ ਕਰ ਲਈ ਸੀਗੀ, ਇਨਵੈਂਸ਼ਨ ਕਰ ਲਈ ਸੀ। ਮਤਲਬ ਥੋੜ੍ਹਾ ਜਿਹਾ ਗੈਪ ਸੀਗਾ ਜਿਹੜਾ ਉਹ ਚੇਂਜ ਹੋ ਗਿਆ, ਟਾਈਮ ਚੇਂਜ ਹੋ ਗਿਆ। ਤਾਂ ਇਸੇ ਤਰ੍ਹਾਂ ਹੀ ਕੀ ਹੈ ਜੀ, ਕੰਪਿਊਟਰ ਦੀਆਂ ਜਨਰੇਸ਼ਨਾਂ ਦੇ ਵਿੱਚ ਵੀ ਟਾਈਮ ਹੈ ਜਿਹੜਾ ਉਹ ਚੇਂਜ ਹੁੰਦਾ ਰਿਹਾ। ਫਸਟ ਜਨਰੇਸ਼ਨ ਕੰਪਿਊਟਰ ਦੀ ਜੇ ਮੈਂ ਗੱਲ ਕਰਾਂ, ਠੀਕ ਹੈ ਜੀ, ਯੂਜ਼ ਆਫ ਵੈਕਿਊਮ ਟਿਊਬਸ, ਬਹੁਤ ਇੰਪੋਰਟੈਂਟ ਕੁਐਸਚਨ ਬਣਾ ਲੈਂਦਾ ਇੱਥੇ ਜੀ ਕਿ ਵੈਕਿਊਮ ਟਿਊਬਸ ਕਿਹੜੀ ਜਨਰੇਸ਼ਨ ਦੀਆਂ ਨੇ ਜਾਂ ਕਿਹੜੀ ਜਨਰੇਸ਼ਨ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਸੀ। ਤਾਂ ਕਿਹੜੀ ਜਨਰੇਸ਼ਨ ਦੇ ਵਿੱਚ ਜੀ, ਫਸਟ ਜਨਰੇਸ਼ਨ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਸੀ। ਠੀਕ ਹੈ ਜੀ। ਅੱਗੇ ਜਿਹੜਾ ਅਗਲੀ ਲਾਈਨ ਹੈ ਜੀ, ਉਹਦਾ ਕੀ ਮਤਲਬ ਹੈ, ਮੈਗਨੈਟਿਕ ਡਰਮ ਆਰ ਯੂਜ਼ਡ ਫॉर ਇੰਟਰਨਲ ਸਟੋਰੇਜ। ਠੀਕ ਹੈ, ਜਿਹੜੇ ਇਹ ਮੈਗਨੈਟਿਕ ਡਰਮ ਹੈ ਜੀ, ਇਹ ਕਾਹਦੇ ਲਈ ਯੂਜ਼ ਕੀਤਾ ਜਾਂਦਾ ਸੀ, ਸਟੋਰੇਜ ਵਾਸਤੇ ਯੂਜ਼ ਕੀਤਾ ਜਾਂਦਾ ਸੀ। ਤਾਂ ਪੇਪਰ 'ਚ ਪੁੱਛ ਸਕਦੇ ਆ ਤੁਹਾਨੂੰ ਵੀ ਸਟੋਰੇਜ ਵਾਸਤੇ ਪਹਿਲੀ ਜਨਰੇਸ਼ਨ ਦੇ ਵਿੱਚ ਕਿਹੜੀ ਚੀਜ਼ ਯੂਜ਼ ਕੀਤੀ ਜਾਂਦੀ ਸੀ। ਤਾਂ ਉਹਦੇ ਵਿੱਚ ਆਪਸ਼ਨ 'ਚ ਪਿਆ ਹੋਊਗਾ ਮੈਗਨੈਟਿਕ ਡਰਮ। ਠੀਕ ਹੈ, ਧਿਆਨ ਰੱਖਿਓ, ਮੈਗਨੈਟਿਕ ਡਰਮ ਇਜ਼ ਯੂਜ਼ਡ ਫॉर ਇੰਟਰਨਲ ਸਟੋਰੇਜ। ਠੀਕ ਹੈ ਜੀ। ਹੁਣ ਮੈਂ ਜੇ ਪਹਿਲੇ ਜਨਰੇਸ਼ਨ ਦੇ ਕੰਪਿਊਟਰਾਂ ਦੀ ਗੱਲ ਕਰਾਂ ਤਾਂ ਇਹ ਬਹੁਤ ਜ਼ਿਆਦਾ ਕੀ ਸੀਗੇ, ਐਕਸਪੈਂਸਿਵ ਸੀਗੇ ਅਤੇ ਇਹਨਾਂ ਨੂੰ ਕੀ ਸੀਗੀ, ਏਅਰ ਕੰਡੀਸ਼ਨਿੰਗ ਦੀ ਲੋੜ ਪੈਂਦੀ ਸੀ। ਜੇ ਆਪਾਂ ਕਿਤਾਬਾਂ 'ਚ ਖੋਲ੍ਹ ਕੇ ਦੇਖੀਏ ਤਾਂ ਇਹਦੇ ਬਾਰੇ ਬਹੁਤ ਵੱਡਾ ਇੱਕ ਲੈਸਨ ਪੜ੍ਹਾਇਆ ਜਾਂਦਾ ਹੈ, ਬਟ ਆਪਾਂ ਨੂੰ ਕੀ ਹੈ, ਕੁਐਸਚਨ ਦੇ ਅਕੋਰਡਿੰਗ ਚੱਲਣਾ ਪਊ। ਠੀਕ ਹੈ ਜੀ, ਮੈਂ ਇੱਥੇ ਤੁਹਾਨੂੰ ਸਮਝਾ ਦੇਣਾ। ਇੱਕ ਤਾਂ ਇਹ ਕੀਮਤੀ ਸੀਗੇ, ਕੀਮਤੀ ਕਿਉਂ ਸੀਗੇ, ਕਿਉਂਕਿ ਇਹਦੇ ਵਿੱਚ ਕੀ ਸੀਗੀਆਂ, 1000 ਆਫ ਬਲਬਸ, ਜਿਹਨੂੰ ਆਪਾਂ ਵੈਕਿਊਮ ਟਿਊਬਸ ਕਹਿੰਦੇ ਹਾਂ, ਉਹ ਯੂਜ਼ ਕੀਤੇ ਜਾਂਦੇ ਸੀ। ਠੀਕ ਹੈ ਜੀ। ਅਤੇ ਉਹ ਜਿਹੜੇ ਬਲਬਸ ਸੀਗੇ ਉਹ ਇੰਨੀ ਕੁ ਜ਼ਿਆਦਾ ਹੀਟ ਪ੍ਰੋਡਿਊਸ ਕਰਦੇ ਸੀ ਕਿ ਉਹਦੇ ਵਾਸਤੇ ਇੱਕ ਪ੍ਰੋਪਰ ਕੂਲਿੰਗ ਸਿਸਟਮ ਚਾਹੀਦਾ ਸੀ। ਤਾਂ ਹੀ ਇੱਥੇ ਗੱਲ ਲਿਖੀ ਹੋਈ ਹੈ, ਨੀਡਡ ਏਅਰ ਕੰਡੀਸ਼ਨ। ਠੀਕ ਹੈ। ਹੁਣ ਦੇਖੋ, ਐਕਸਪੈਂਸਿਵ ਇੱਕ ਤਾਂ ਇਹ ਪਹਿਲੇ ਹੀ ਸੀਗੇ, ਉਦੋਂ ਬਾਅਦ ਜਦੋਂ ਆਪਾਂ ਉਹਨਾਂ ਨੂੰ ਜਦੋਂ ਉਹ ਗਰਮ ਹੋ ਜਾਂਦੇ ਆ ਤਾਂ ਉਦੋਂ ਬਾਅਦ ਉਹਨੂੰ ਏਅਰ ਕੰਡੀਸ਼ਨਿੰਗ ਚਾਹੀਦੀ ਹੈ, ਉਹਦੇ 'ਤੇ ਵੀ ਖਰਚਾ ਆਊਗਾ। ਠੀਕ ਹੈ, ਇਲੈਕਟ੍ਰੀਸਿਟੀ ਦਾ ਬਿੱਲ ਵਧੂਗਾ। ਠੀਕ ਹੈ, ਅਤੇ ਹੋਰ ਮੇਨਟੇਨੈਂਸ ਕੀ ਸੀ, ਜਿਹੜੇ ਇਹ ਬਲਬ ਸੀਗੇ, ਠੀਕ ਹੈ, ਇਹ ਕੀ ਹੋ ਜਾਂਦੇ, ਜਿਵੇਂ ਇੱਕ ਖਰਾਬ ਹੋ ਗਿਆ, ਦੋ ਖਰਾਬ ਹੋ ਗਏ, ਤਾਂ ਇਸ ਤਰ੍ਹਾਂ ਪ੍ਰੋਬਲਮ ਆਉਂਦੀ ਰਹਿੰਦੀ ਸੀ। ਤਾਂ ਇਹ ਜਿਹੜੇ ਕੰਪਿਊਟਰ ਸੀਗੇ ਕੀ ਹੋ ਗਏ, ਇਹ ਜ਼ਿਆਦਾ ਐਕਸਪੈਂਸਿਵ ਸੀਗੇ, ਬਲਕੀ ਸੀਗੇ ਕੰਪਿਊਟਰ। ਇਹ ਇੱਕ ਪ੍ਰੋਪਰ ਰੂਮ ਭਾਲਦੇ ਸੀ, ਇਹਨੂੰ ਸੈੱਟ ਹੋਣ ਦੇ ਲਈ ਇੱਕ ਪ੍ਰੋਪਰ ਰੂਮ ਚਾਹੀਦਾ ਹੈ। ਬਟ ਅੱਜ ਦੇ ਸਮੇਂ ਦੇ ਵਿੱਚ ਕੀ ਇੱਕ ਨਿੱਕੇ ਜਿਹੇ ਟੇਬਲ 'ਤੇ ਹੀ, ਬਲਕਿ ਟੇਬਲ ਦੀ ਵੀ ਲੋੜ, ਅੱਜ ਕੱਲ੍ਹ ਤਾਂ ਕੀ ਹੈ, ਪੋਰਟੇਬਲ ਨੇ, ਜੇਬ 'ਚ ਵੀ ਪੈ ਜਾਂਦੇ ਨੇ, ਫੋਨ ਹੀ ਤੁਹਾਡੇ ਕੰਪਿਊਟਰਾਂ ਵਰਗੇ ਨੇ। ਠੀਕ ਹੈ ਜੀ। ਤਾਂ ਆਪਾਂ ਉਹ ਗੈਰ ਜ਼ਰੂਰੀ ਗੱਲਾਂ ਨੇ ਜਿਹੜੀਆਂ ਉਹ ਨਾਲ ਮਤਲਬ ਕੀ ਆ, ਤੁਹਾਡੀ ਨੌਲੇਜ ਦੇ ਵਿੱਚ ਕੀ ਕਰਦੀਆਂ ਨੇ, ਇਹ ਆਪਾਂ ਨੂੰ ਸਹਾਇਤਾ ਕਰਦੀਆਂ ਨੇ। ਅਗਲਾ ਕੁਐਸਚਨ ਬਣਾ ਲੈਂਦਾ ਜੀ, ਦੇ ਡਿਪੈਂਡ ਔਨ ਮਸ਼ੀਨ ਲੈਂਗੁਏਜ। ਪੇਪਰ 'ਚ ਕੁਐਸਚਨ ਪੁੱਛ ਲੂਗਾ, ਫਸਟ ਜਨਰੇਸ਼ਨ ਕੰਪਿਊਟਰ ਦੇ ਵਿੱਚ ਜਿਹੜੀ ਲੈਂਗੁਏਜ ਸੀਗੀ ਉਹ ਕਿਹੜੀ ਯੂਜ਼ ਕੀਤੀ ਜਾਂਦੀ ਸੀ, ਮਸ਼ੀਨ ਲੈਂਗੁਏਜ। ਇਹਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ, 0 ਅਤੇ 1, ਜਿਹਨੂੰ ਕਹਿੰਦੇ ਆਪਾਂ ਬਾਈਨਰੀ ਲੈਂਗੁਏਜ। ਠੀਕ ਹੈ ਜੀ, ਬਾਈਨਰੀ ਲੈਂਗੁਏਜ। ਧਿਆਨ ਰੱਖਿਓ, ਮਸ਼ੀਨ ਲੈਂਗੁਏਜ ਹੈ ਜਿਹੜੀ ਉਹ ਕੀ ਹੈ ਜੀ, ਇੱਕ ਲੋ ਲੈਵਲ ਲੈਂਗੁਏਜ ਆ। ਠੀਕ ਹੈ, ਲੋ ਲੈਵਲ ਲੈਂਗੁਏਜ ਆ। ਠੀਕ ਹੈ ਜੀ। ਪਹਿਲੀ ਜਨਰੇਸ਼ਨ ਦੇ ਕੰਪਿਊਟਰਾਂ ਦੀਆਂ ਪੇਪਰ 'ਚ ਪੁੱਛ ਲੈਣਗੇ ਤੁਹਾਡੇ ਤੋਂ ਵੀ ਐਗਜ਼ਾਮਪਲਸ ਦਿਓ, ਜਾਂ ਪੇਪਰ 'ਚ ਪੁੱਛ ਲੈਣਗੇ ਯੂਨੀਵੈਕ ਕੰਪਿਊਟਰਸ ਆਰ ਬਿਲੋਂਗਸ ਟੂ ਵਿਚ ਜਨਰੇਸ਼ਨ। ਤਾਂ ਅਸੀਂ ਕਹਿ ਦਾਂਗੇ ਜੀ ਫਸਟ ਜਨਰੇਸ਼ਨ। ਯੂਨੀਵੈਕ, ਇਨੈਕ, ਇਡਸੈਕ, ਇਡਬੈਕ। ਪੇਪਰ 'ਚ ਫੁੱਲ ਫਾਰਮ ਪੁੱਛ ਲੈਂਦੇ ਨੇ। ਯੂਨੀਵੈਕ ਦੀ ਫੁੱਲ ਫਾਰਮ ਹੈਗੀ ਜੀ ਯੂਨੀਵਰਸਲ ਆਟੋਮੈਟਿਕ ਕੰਪਿਊਟਰ। ਠੀਕ ਹੈ ਜੀ। ਯੂਨੀਵ ਤੋਂ ਕੀ ਬਣਾਉਣਾ, ਯੂਨੀਵਰਸਲ ਬਣਾਉਣਾ, ਏ ਤੋਂ ਆਟੋਮੈਟਿਕ ਬਣਾਉਣਾ, ਸੀ ਤੋਂ ਕੰਪਿਊਟਰ ਬਣਾਉਣਾ। ਠੀਕ ਹੈ ਜੀ। ਇਨੈਕ, ਇਨੈਕ ਦੇ ਬਾਰੇ ਇੱਕ ਤੁਹਾਨੂੰ ਮੈਂ ਕੁਐਸਚਨ ਦੱਸ ਦਿੰਦਾ ਹੈ, ਫਸਟ ਇਲੈਕਟ੍ਰੋਨਿਕ ਕੰਪਿਊਟਰ ਕਿਹੜਾ ਸੀ, ਪੇਪਰ 'ਚ ਪੁੱਛ ਲੈਂਦੇ ਨੇ। ਤਾਂ ਆਨਸਰ ਦੇਣਾ ਤੁਸੀਂ ਇਨੈਕ। ਠੀਕ ਹੈ, ਨਿੱਕੀ ਨਿੱਕੀ ਮਿਸਟੇਕ ਤੋਂ ਬਚੋ। ਫਸਟ ਇਲੈਕਟ੍ਰੋਨਿਕ ਕੰਪਿਊਟਰ ਪੁੱਛੇ ਤਾਂ ਇਨੈਕ ਸੀ। ਇਨੈਕ ਦੀ ਫੁੱਲ ਫਾਰਮ ਹੈਗੀ ਹੈ ਜੀ, ਇਹਦੇ ਨਾਮ ਤੋਂ ਹੀ ਕਲੀਅਰ ਹੈ, ਜੇ ਇਲੈਕਟ੍ਰੋਨਿਕ ਸੀ ਤਾਂ ਈ ਦਾ ਮਤਲਬ ਇਲੈਕਟ੍ਰੋਨਿਕ, ਐਨ ਦਾ ਮਤਲਬ ਨਿਊਮੈਰਿਕ, ਆਈ ਦਾ ਮਤਲਬ ਇੰਟੀਗ੍ਰੇਟਡ, ਏ ਦਾ ਮਤਲਬ ਆਟੋਮੈਟਿਕ, ਸੀ ਦਾ ਮਤਲਬ ਕੰਪਿਊਟਰ। ਮੈਂ ਰਿਪੀਟ ਕਰਦਾ, ਇਲੈਕਟ੍ਰੋਨਿਕ, ਨਿਊਮੈਰਿਕ, ਇੰਟੀਗ੍ਰੇਟਡ ਐਂਡ
ਆਟੋਮੈਟਿਕ ਕੰਪਿਊਟਰ। ठीक है जी। एडसैक की फुल फॉर्म हैगी है जी, उपर लिखदा इत्थे देखो, इलैक्ट्रॉनिक डिले स्टोरेज, इसका मतलब स्टोरेज आटोमैटिक कंप्यूटर। ठीक है जी। एडवैक की फुल फॉर्म तुसी कमेंट बॉक्स के विच दसनी है। ठीक है जी। अगे आ जाने जी आप सैकेंड जनरेशन से। सैकेंड जनरेशन कंप्यूटर है जिहड़ा वो थोड़ा जिहा की हो गया जी, जनरेशन नूं की पा गया, फर्क पा गया, तो अपने आप नूं की कर गया, मूव कर गया। मतलब जिहड़ी फस्ट जनरेशन सी उह च वैक्यूम ट्यूब सी, बट सैकेंड जनरेशन दे विच जाके की यूज़ होने लग गया, ट्रांजिस्टर्स यूज़ होने लग गए। पेपर च पुछ लैंदे सैकेंड जनरेशन दे विच की चीज़ यूज़ की जाती सी, ट्रांजिस्टर्स। ठीक है जी। मैगनैटिक कोर यूजड फॉर स्टोरेज, मैगनैटिक कोर है जी स्टोरेज वास्ते यूज़ करन लग पे सी, जिवें अपनी कहते हैं मैगनैटिक टेप। ठीक है। मैगनैटिक टेप जी रीलां नहीं होंदियां सीगियां, डैक दे विच पैंदियां सी। ठीक है। तो वो की सीगियां वो ये ही एक हिस्सा ने। ठीक है। मैगनैटिक टेप तो मैं तुहानूं एक क्वेश्चन दस देना है। मैगनैटिक टेप है जी की है जी, सीक्वेंशियल एक्सैस है, सीक्वेंशियल एक्सैस है। सीक्वेंशियल जिहड़ा वर्ड चक्या हुआ कि तो बनया हुआ जी सीक्वेंस तो। सीक्वेंस मतलब कोई चीज़ सीक्वेंस के अकॉर्डिंग चलनी। मान लो जे हुण तुहाडे कोल डैक सीगा, उहदे विच आपां रील पाउंदे सी, तां असीं की करदे सी, पहले तो जे आपां मान लो 5वें गाने ते जाना है तो असीं सीधा नहीं जा सकते सी, सानूं दूजे दे विच दी लंघना पैंदा, तीजे दे विच दी लंघना पैंदा, सीक्वेंस वाइज चलना पैंदा। तां करके पेपर च पुछ लैंदे आ मैगनैटिक टेप की है जी, तो उत्थे ऑप्शन पई होगी सीक्वेंशियल एक्सैस अकॉर्डिंग टू क्वेश्चन, वो डिपेंड करता है। ठीक है जी। दे आर समॉल इन साइज़, ये जिहड़े कंप्यूटर सीगे ये फस्ट जनरेशन कंप्यूटर के नालों की सीगे समॉल इन साइज़ सीगे, एफिशिएंट सीगे एंड मोर रिलायबल सीगे। ठीक है जी। ये कोई बड़ी वड्डी गल नहीं, एक सिर्फ समझाउण दे लई लाइन लिखी हुई। ठीक है। इत्थे आओ जी, जिहड़ा सैकेंड जनरेशन कंप्यूटर सी यूजड हाई लैवल प्रोग्रामिंग लैंगुएज, ये की सीगे जी हाई लैवल लैंगुएज है जी वो यूज़ की जान लग गई सी। ठीक है जी। पेपर च कई बार पुछ लैंदे ने फस्ट हाई लैवल लैंगुएज किहड़ी सी, तो किहड़ी सी जी फॉरट्रैन। ध्यान रखियो बहुत आउंदा पेपर दे विच फॉरट्रैन ते क्वेश्चन। फॉरट्रैन, फॉर का मतलब होंदा जी फार्मूला, फुल फॉर्म पुछ लैंदे पेपर च। ए का मतलब होंदा जी ट्रांसलेशन, फार्मूला ट्रांसलेशन। ठीक है जी। तो कबोल की फुल फॉर्म की है जी, कॉमन बिजनेस ओरिएंटेड लैंगुएज, कॉमन बिजनेस ओरिएंटेड लैंगुएज। ठीक है जी। हुण मैं ये लिखा कित्थे, ये वास्ते थोड़ा जिहा मैनूं अरेजर की लोड़ पैनी है। चलो कोई नहीं, आपां होर किते जगह इत्थे बना लैंदे आ। देखो जी फॉरट्रैन नूं जिहड़ा फाउंड करन वाला सी वो कौन सीगा, उसदा नाम लिखो, पेपर च पुछया जांदा है। फॉरट्रैन नूं जिहड़ा फाउंड कीती लैंगुएज, जिहड़ी फॉरट्रैन नूं फाउंड कीती, वो किहने कीती जी, वो कीती तुहाडे जॉहन ब्रक्स, BRUCKS, जॉहन ब्रक्स। जे तुसी नाम भुलदे हो तो एक बार अपने आप नूं 10 मिनट दिओ, लिख के प्रैक्टिस करो। फॉरट्रैन का जिहड़ा फाउंडर आ वो कौन है जी, जॉहन ब्रक्स। ठीक है जी। कबोल का कौन है जी, ये भी लिख लो, जो लिखना तो लिख सकते हो, पेपर च पुछ लैंदे ने। हुण वो लैवल नहीं रहा पेपर का, बहुत बड़े बड़े एग्जाम आने ने, जो पटवारी आ गया, कन्न को आना है। ठीक है। तो अगले साल के की है ये बहुत सारिया पोस्टां आउणगियां, अपने आप नूं प्रिपेयर रखो। कबोल की फुल फॉर्म हैगी कॉमन बिजनेस ओरिएंटेड लैंगुएज, तो यदा जिहड़ा फाउंडर हैगा जी वो कौन है जी, ग्रेस होपर। ठीक है जी। तो अगे आ जाओ जी सैकेंड जनरेशन कंप्यूटर की जी एग्जाम्पल आ वो किहड़ी है जी, IBM 1401। IBM की फुल फॉर्म पुछ लैंदे ने इंटरनैशनल बिजनेस मशीन। ठीक है। जो तुहानूं ऐ पुछ लैणगे IBM 1401 किहड़ी जनरेशन दे विच किहड़ी जनरेशन का कंप्यूटर है, तो यह सैकेंड जनरेशन का कंप्यूटर है जी। अगे आपां कंपेयर किया थर्ड जनरेशन नूं ते फोर्थ जनरेशन। थर्ड जनरेशन के विच जाके की होण लग गया जी, यूज़ ऑफ IC। ठीक है। IC चिप्पां यूज़ हो गई। ठीक है। IC की फुल फॉर्म पुछ लैंदा इंटीग्रेटेड सर्किट। जिहड़ी थर्ड जनरेशन सी ये चली सी 64 तो 75,
1964 ਤੋਂ ਲੈ ਕੇ 1975 ਤੱਕ ਚੱਲੀ ਸੀ। ਆਈਸੀ चिप्स, ठीक है, आईसी चिप्स ਤੇ ਇੱਕ ਕੁਐਸਚਨ ਬਣ ਜਾਂਦਾ ਹੈ, ਆਈਸੀ चिप्स ਆਰ ਕੋਟਡ ਵਿਦ, ਆਈਸੀ चिप्स ਆਰ ਕੋਟਡ ਵਿਦ, ਤਾਂ ਕੋਟਡ ਵਿਦ ਕਾਹਦੇ ਨਾਲ ਹੁੰਦੀ ਹੈ ਜੀ, ਸਿਲੀਕॉन। ਬਹੁਤ ਆ ਜਾਂਦਾ ਜੀ ਪੇਪਰ, ਸਿਲੀਕॉन। ਸਿਲੀਕॉन ਤੋਂ ਮੈਨੂੰ ਯਾਦ ਆਇਆ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਸਿਲੀਕॉन ਸਿਟੀ ਆਫ ਇੰਡੀਆ, ਸਿਲੀਕॉन ਸਿਟੀ ਆਫ ਇੰਡੀਆ ਕਿਹਨੂੰ ਕਹਿੰਦੇ ਨੇ, ਬੈਂਗਲੌਰ ਸ਼ਹਿਰ ਨੂੰ ਕਹਿੰਦੇ ਨੇ, ਠੀਕ ਹੈ, ਆਈਟੀ ਸਿਟੀ ਵੀ ਕਹਿੰਦੇ ਨੇ, ਠੀਕ ਹੈ। ਸਿਲੀਕॉन ਸਿਟੀ ਆਫ ਇੰਡੀਆ ਬੈਂਗਲੌਰ ਨੂੰ ਕਹਿੰਦੇ ਨੇ। ਤਾਈਓ ਤੁਸੀਂ ਕਈ ਵਾਰ ਜੇ ਸੁਣਿਆ ਹੋਊ ਕਿਸੇ ਦਾ ਭੈਣ ਭਰਾ ਕੀ ਹੋਊਗਾ, ਬੰਗਲੌਰ ਕੀ ਹੈ, ਜਿਹਨੇ ਆਈਟੀ ਵਗੈਰਾ ਕੀਤੀ ਹੈ, ਤਾਂ ਆਈਟੀ ਦੇ ਬਹੁਤ ਸਾਰੇ ਕੀ ਨੇ ਉੱਥੇ ਦਫ਼ਤਰ ਵਗੈਰਾ ਨੇ ਜਿੱਥੇ ਪ੍ਰੋਗਰਾਮਿੰਗ ਹੁੰਦੀ ਹੈ, ਉੱਥੇ ਵੱਡੇ ਵੱਡੇ ਆਫਿਸ ਨੇ ਜਿੱਥੇ ਇਹ ਵੱਡੇ ਵੱਡੇ ਲੈਵਲ ਦੀਆਂ ਕੰਪਨੀਜ਼ ਨੇ। ਤਾਈਓ ਆਪਣੇ ਪੰਜਾਬ ਦੇ ਵਿੱਚ ਕੀ ਹੈ ਜੀ, ਇਸ ਰਿਲੇਟਡ ਆਈਟੀ ਰਿਲੇਟਡ ਜੌਬਸ ਘੱਟ ਨੇ, ਬਟ ਬੰਗਲੌਰ ਵਰਗੇ ਸ਼ਹਿਰਾਂ 'ਚ ਕੀ ਨੇ ਵੱਡੀਆਂ ਓਪਰਚੁਨਿਟੀਜ਼ ਨੇ, ਠੀਕ ਹੈ ਜੀ। ਤਾਂ ਸਿਲੀਕॉन ਸਿਟੀ ਆਫ ਇੰਡੀਆ ਪੇਪਰ ਦੇ ਵਿੱਚ ਆਪਣਾ ਮਕਸਦ ਕੀ ਹੈ, ਕੁਐਸਚਨ ਨੂੰ ਕਲੀਅਰ ਕਰਨਾ। ਸਿਲੀਕॉन ਸਿਟੀ ਆਫ ਇੰਡੀਆ ਕਿਹਨੂੰ ਕਹਿੰਦੇ ਨੇ, ਬੰਗਲੌਰ ਨੂੰ। ਜੇ ਸਿਲੀਕॉन ਸਿਟੀ ਆਫ ਵਰਲਡ ਪੁੱਛੇ ਸੰਸਾਰ ਲੈਵਲ 'ਤੇ, ਵਰਲਡ ਲੈਵਲ 'ਤੇ, ਤਾਂ ਕਿਹੜਾ ਜੀ, ਕੈਲੀਫੋਰਨੀਆ, ਠੀਕ ਹੈ, ਕੈਲੀਫੋਰਨੀਆ। ਨੈਕਸਟ 'ਤੇ ਚੱਲਦੇ ਹਾਂ, ਅਗਲੀ ਲਾਈਨ ਕੀ ਕਹਿੰਦਾ ਜੀ, ਰੈਮ ਐਂਡ ਰੋਮ ਆਰ ਸਟੋਰੇਜ ਮੈਮਰੀ। ਸਟੋਰੇਜ ਮੈਮਰੀ ਵਾਸਤੇ ਕੀ ਆ ਗਿਆ ਜੀ, ਤੁਹਾਡਾ ਰੈਮ ਅਤੇ ਰੋਮ ਆ ਗਿਆ ਸੀਗਾ, ਪੁੱਛ ਲੈਂਦੇ ਪੇਪਰ 'ਚ ਕਿਹੜੀ ਜਨਰੇਸ਼ਨ ਦੇ ਵਿੱਚ, ਥਰਡ ਜਨਰੇਸ਼ਨ ਦੇ ਵਿੱਚ। ਰੈਮ ਦੀ ਫੁੱਲ ਫਾਰਮ ਕੀ ਹੈ ਜੀ, ਰੈਂਡਮ ਐਕਸੈਸ ਮੈਮਰੀ, ਰੋਮ ਦੀ ਰੀਡ ਓਨਲੀ ਮੈਮਰੀ। ਥਰਡ 'ਤੇ ਆ ਜਾਓ, ਫਿਰ ਆ ਜਾਓ ਬੈਟਰ ਦੈਨ ਸੈਕਿੰਡ ਜਨਰੇਸ਼ਨ। ਬਸ ਇਹ ਕੀ ਹੈ ਜੀ, ਥੋੜ੍ਹਾ ਜਿਹਾ ਸਮਝਾਉਣ ਵਾਸਤੇ ਵੀ ਇਹ ਕੀ ਹੋ ਗਿਆ, ਉਦੋਂ ਜ਼ਿਆਦਾ ਬੈਟਰ ਹੋ ਗਿਆ। ਇੱਥੇ ਆ ਗਏ ਸੀ, ਕੀ ਹੋਇਆ ਮਤਲਬ, ਜਿਵੇਂ ਅਸੀਂ ਕੀ ਸੀਗੇ ਪੈਦਲ ਤੋਂ ਗੱਡਿਆਂ ਤੱਕ ਆ ਗਏ, ਗੱਡਿਆਂ ਤੋਂ ਕੀ ਆ ਗਏ ਫਿਰ ਜੀ ਅਸੀਂ ਵਹੀਕਲਾਂ 'ਤੇ ਆ ਗਏ, ਠੀਕ ਹੈ, ਮੋਟਰਸਾਈਕਲ ਵਗੈਰਾ 'ਤੇ ਆ ਗਏ। ਤਾਂ ਇਸ ਤਰ੍ਹਾਂ ਅਸੀਂ ਥਰਡ ਜਨਰੇਸ਼ਨ ਦੇ ਵਿੱਚ ਆਪਣੇ ਆਪ ਨੂੰ ਹੋਰ ਇੰਪਰੂਵ ਕਰ ਲਿਆ। ਪੇਪਰ ਦੇ ਵਿੱਚ ਪੁੱਛ ਲੈਣਗੇ IBM 360 ਕਿਹੜੇ ਜਨਰੇਸ਼ਨ ਕੰਪਿਊਟਰ ਦੀ ਐਗਜ਼ਾਮਪਲ ਆ, ਤਾਂ ਥਰਡ ਜਨਰੇਸ਼ਨ ਦੀ ਐਗਜ਼ਾਮਪਲ ਆ। VLSI ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਕਿਹੜੀ ਜਨਰੇਸ਼ਨ ਦੇ ਵਿੱਚ ਯੂਜ਼ ਹੋਣ ਲੱਗੀ, ਥਰਡ ਜਨਰੇਸ਼ਨ ਦੇ ਵਿੱਚ ਹੋਣ ਲੱਗੀ। ਜੇ ਮੈਂ ਫੋਰਥ ਜਨਰੇਸ਼ਨ 'ਤੇ ਆਵਾਂ ਤਾਂ 75 to 89 ਦਾ ਜਿਹੜਾ ਟਾਈਮ ਆ ਉਹ ਕੀ ਹੈ ਜੀ, ਫੋਰਥ ਜਨਰੇਸ਼ਨ ਦਾ। ਇਹਦੇ ਵਿੱਚ ਕੀ ਹੋਣ ਲੱਗਾ ਜੀ, ਮਾਈਕਰੋ ਪ੍ਰੋਸੈਸਰਸ ਆਰ ਯੂਜ਼ਡ, ਮਤਲਬ ਛੋਟੀਆਂ ਛੋਟੀਆਂ ਚਿਪਸ ਕੀ ਸੀਗੀਆਂ ਉਹ ਯੂਜ਼ ਹੋਣ ਲੱਗ ਗਈਆਂ। ਕੰਪਿਊਟਰ ਦਾ ਸਾਈਜ਼ ਬਹੁਤ ਘੱਟ ਗਿਆ, ਠੀਕ ਹੈ, ਅਤੇ ਬਹੁਤ ਇੰਪਰੂਵਮੈਂਟ ਹੋਈ। ਇਨਕਰੀਜ਼ ਸਟੋਰੇਜ ਕਪੈਸਿਟੀ, ਸਟੋਰੇਜ ਕਪੈਸਿਟੀ ਵਧਾ ਦਿੱਤੀ ਗਈ, ਠੀਕ ਹੈ। ਜਿਵੇਂ ਆਪਾਂ ਅੱਜ ਕਹਿ ਦਿੰਦੇ ਹਾਂ 4 GB ਰੈਮ ਹੈ, 500 GB ਮੇਰੀ ਹਾਰਡ ਡਿਸਕ ਹੈ, ਠੀਕ ਹੈ। ਤਾਂ ਹੌਲੀ ਹੌਲੀ ਕੀ, ਜਦੋਂ ਪਹਿਲਾਂ 10 ਸਾਲ ਪਹਿਲਾਂ ਜਾਓਗੇ ਨਾ ਪਿੱਛੇ ਤੁਸੀਂ, ਤਾਂ ਸਾਡਾ ਕੀ ਹੁੰਦਾ ਸੀ, 1 GB ਰੈਮ ਹੁੰਦਾ, 2 GB ਰੈਮ ਹੁੰਦਾ, ਠੀਕ ਹੈ, ਤਾਂ ਹੈਂਗ ਹੁੰਦਾ ਰਹਿੰਦਾ ਸੀ ਕੰਪਿਊਟਰ। ਬਟ ਹੁਣ ਕੀ ਆ, ਹੁਣ ਬਹੁਤ ਜ਼ਿਆਦਾ ਇੰਪਰੂਵਮੈਂਟ ਕੀਤੀ ਹੈ। ਅੱਗੇ ਆ ਜਾਓ ਜੀ, ਆਹ ਲਾਈਨ ਅਤੇ ਆਹ ਲਾਈਨ ਦੋਨੇ ਇਕੱਠੀਆਂ ਪੜ੍ਹਨੀਆਂ। ਇਹਦੇ ਵਿੱਚ ਕੀ ਸੀਗਾ ਜੀ, VLSI ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ, ਬਟ ਫੋਰਥ ਜਨਰੇਸ਼ਨ ਦੇ ਵਿੱਚ ULSI ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ। ਫੁੱਲ ਫਾਰਮ ਵੀ ਪੁੱਛਦੇ ਨੇ ਪੇਪਰ ਦੇ ਵਿੱਚ ਇਹ, ਠੀਕ ਹੈ, ਕਿਤੇ ਇਹਨੂੰ ਵੀ ਨਾ ਸਮਝਿਓ, ਇਹ ਗੱਲਾਂ ਬਹੁਤ ਵਧੀਆ ਨੇ, ਠੀਕ ਹੈ, ਇੰਪੋਰਟੈਂਟ ਨੇ। ULSI ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਦੀ ਯੂਜ਼ ਹੋਣ ਲੱਗ ਗਈ। ਐਗਜ਼ਾਮਪਲ ਹੈਗੇ ਜੀ IBM PC-XT, ਠੀਕ ਹੈ, ਮਾਈਕਰੋ ਕੰਪਿਊਟਰ ਸੀਗਾ ਇਹ, ਫੋਰਥ ਜਨਰੇਸ਼ਨ ਦਾ ਜਿਹੜਾ ਹੈਗਾ ਤੁਹਾਡਾ ਇਹ ਕੰਪਿਊਟਰ ਹੈਗਾ, ਠੀਕ ਹੈ ਜੀ। ਅੱਗੇ ਜੀ ਫਿਫਥ ਜਨਰੇਸ਼ਨ ਦਾ ਕੋਈ ਬਾਹਲਾ ਵੱਡਾ ਕੰਮ ਨਹੀਂ ਹੈਗਾ। ਫਿਫਥ ਜਨਰੇਸ਼ਨ ਜਿਹੜੀ ਉਹ 99 ਤੋਂ ਹੁਣ ਤੱਕ ਫਿਫਥ ਜਨਰੇਸ਼ਨ ਹੀ ਹੈ ਜੀ। ਫਿਫਥ ਜਨਰੇਸ਼ਨ ਦੇ ਵਿੱਚ ਸਾਡੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਜਿਹੜੀ ਉਹ ਯੂਜ਼ ਹੋਣ ਲੱਗ ਗਈ, ਠੀਕ ਹੈ ਜੀ। ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮਤਲਬ ਇਹ ਆ ਵੀ ਜਿਵੇਂ ਤੁਸੀਂ ਹੁਣ ਕੀ ਆ, ਕਿਤੇ ਵੀ ਕੋਈ ਵੀ ਆਪਦਾ ਪ੍ਰੋਡਕਟ ਖਰੀਦਣ ਜਾਂਦੇ ਹੋ, TV ਵਗੈਰਾ ਲੈਣ ਜਾਂਦੇ ਹੋ, LED ਵਗੈਰਾ, TV ਤਾਂ ਹੁਣ ਹਟ ਗਏ, ਤਾਂ ਉੱਥੇ ਤੁਹਾਨੂੰ ਜਿਹੜਾ ਸੈਲਰ ਆ ਉਹ ਥੋੜ੍ਹਾ ਜਿਹਾ ਦੱਸਦਾ ਵੀ ਇਹਦੇ ਵਿੱਚ ਕੀ ਹੈ ਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਹੈ। ਮਤਲਬ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਹ ਇਹ ਹੈ ਵੀ ਇਹ ਐਂਡਰੋਇਡ ਹੈ, ਇਹਦੇ 'ਚ ਇੰਟਰਨੈਟ ਵਗੈਰਾ ਚੱਲਦਾ, ਠੀਕ ਹੈ, ਉਹ ਕਾਹਦੇ ਵਿੱਚ ਆ ਜਾਂਦਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਆ ਜਾਂਦਾ। ਇਹਦੀ ਐਗਜ਼ਾਮਪਲ ਹੈਗੇ ਹੈ ਜੀ GUI ਗ੍ਰਾਫਿਕਲ ਯੂਜ਼ਰ ਇੰਟਰਫੇਸ, ਠੀਕ ਹੈ, ਫੁੱਲ ਫਾਰਮ ਵੀ ਪੁੱਛ ਸਕਦੇ ਨੇ, ਧਿਆਨ ਰੱਖਿਓ, ਠੀਕ ਹੈ ਜੀ। ਅੱਗੇ ਮੈਂ ਇੱਕ ਟੌਪਿਕ ਹੋਰ ਲੈ ਕੇ ਆਇਆ, ਇਹ 'ਤੇ ਵੀ ਕੁਐਸਚਨ ਬਹੁਤ ਆਉਂਦਾ। ਆਹ ਕੁਐਸਚਨ ਤਾਂ ਹਰੇਕ ਵਾਰੀ ਦੇਖਣ ਨੂੰ ਮਿਲਦਾ ਹੀ ਮਿਲਦਾ ਹੈ, ਆਹ ਮਿਲ ਜੇ ਜਾਂ ਆਹ ਮਿਲ ਜੇ, ਠੀਕ ਹੈ। ਕੰਪਿਊਟਰ ਮੈਮਰੀ ਦੇ ਉੱਤੇ ਆ ਜਾਂਦਾ ਜੀ ਇਹ, ਯੂਨਿਟਸ ਆਫ ਕੰਪਿਊਟਰ ਮੈਮਰੀ। ਦੇਖੋ ਜੀ, ਇੱਕ ਬਿਟ ਦੇ ਵਿੱਚ ਕਿੰਨੇ ਹੁੰਦੇ ਨੇ, ਕੀ ਹੁੰਦਾ ਜੀ, 0 ਅਤੇ 1, ਜਿਹਨੂੰ ਆਪਾਂ ਬਾਈਨਰੀ ਕਹਿੰਦੇ ਹਾਂ, ਠੀਕ ਹੈ। ਬਾਈਨਰੀ ਕੀ ਹੁੰਦਾ, 0 ਅਤੇ 1 ਦਾ ਕੰਬੀਨੇਸ਼ਨ ਹੁੰਦਾ। ਇਹ ਭਾਸ਼ਾ ਹੁੰਦੀ ਹੈ ਕੰਪਿਊਟਰ ਦੀ, ਠੀਕ ਹੈ ਜੀ, ਜਿਹੜੀ ਭਾਸ਼ਾ ਕੀ ਹੈਗਾ ਕੰਪਿਊਟਰ ਸਮਝਦਾ, ਠੀਕ ਹੈ ਜੀ। ਇੱਕ ਨਿਬਲ ਕਾਹਦੇ ਬਰਾਬਰ ਹੁੰਦਾ ਹੈ, ਇੱਕ ਨਿਬਲ ਕਾਹਦੇ ਬਰਾਬਰ ਹੁੰਦਾ ਜੀ, 4 ਬਿਟਸ ਦੇ ਬਰਾਬਰ ਹੁੰਦਾ ਹੈ,
4 ਬਿਟ ਦੇ ਬਰਾਬਰ ਹੁੰਦਾ ਇੱਕ ਨਿਬਲ। ਠੀਕ ਹੈ ਜੀ। ਇੱਕ ਬਾਈਟ ਕਾਹਦੇ ਬਰਾਬਰ ਹੁੰਦਾ 8 ਬਿਟਸ ਦੇ ਬਰਾਬਰ ਹੁੰਦਾ। ਉਹ ਇੱਥੇ ਹੀ ਉਲਝਾਉਂਦਾ, ਅਸੀਂ ਬਾਈਟ ਤੇ ਬਿਟ 'ਚ ਹੀ ਉਲਝੇ ਫਿਰਦੇ ਹਾਂ। ਇੱਕ ਬਾਈਟ ਕਾਹਦੇ ਬਰਾਬਰ ਹੁੰਦਾ ਜੀ 8 ਬਿਟ ਦੇ ਬਰਾਬਰ ਹੁੰਦਾ। ਪ੍ਰੋਪਰ ਨਾ ਇਹਨੂੰ ਇੱਕ ਸੀਕੁਐਂਸ ਦੇ ਵਾਈਜ਼ ਯਾਦ ਕਰੋ, ਅਗਲੇ ਦੀ ਮੈਂ ਤੁਹਾਨੂੰ ਟ੍ਰਿਕ ਦੱਸੂਗਾ, ਨੋ ਪ੍ਰੋਬਲਮ। ਠੀਕ ਹੈ, ਇਹਨੂੰ ਬਸ ਮਾੜਾ ਜਿਹਾ ਇੱਕ ਵਾਰ ਲਿਖ ਕੇ ਪ੍ਰੈਕਟਿਸ ਕਰ ਲਓ। ਇੱਕ ਬਿਟ ਦੇ ਵਿੱਚ ਕੀ ਹੁੰਦਾ ਜੀ ਬਾਈਨਰੀ ਨੰਬਰ ਹੁੰਦੇ ਨੇ। ਬਾਈਨਰੀ ਨੰਬਰ ਕਿਹੜੇ ਹੁੰਦੇ ਨੇ 2 ਹੁੰਦੇ ਨੇ, ਕਿਹੜੇ ਕਿਹੜੇ 0 ਤੇ 1। ਇੱਕ ਨਿਬਲ ਕਾਹਦੇ ਬਰਾਬਰ ਹੁੰਦਾ ਜੀ 4 ਬਿਟਾਂ ਦੇ ਬਰਾਬਰ ਹੁੰਦਾ। ਇੱਕ ਬਾਈਟ ਹੈ ਜੀ ਉਹਦੇ ਵਿੱਚ 8 ਬਿਟ ਹੁੰਦੇ ਨੇ। ਠੀਕ ਹੈ ਜੀ, ਤਾਂ ਯਾਦ ਰੱਖਿਓ। ਤੇ ਜੇ ਐਂ ਪੁੱਛ ਲਏ ਇੱਕ ਬਾਈਟ ਦੇ ਵਿੱਚ ਕਿੰਨੇ ਨਿਬਲ ਹੁੰਦੇ ਨੇ 2 ਨਿਬਲ ਹੁੰਦੇ ਨੇ। ਕਿਵੇਂ ਦੇਖੋ, ਇੱਕ ਨਿਬਲ ਦੇ ਵਿੱਚ ਕਿੰਨੇ ਬਿੱਟ ਹੁੰਦੇ ਨੇ, ਇੱਕ ਨਿਬਲ ਦੇ ਵਿੱਚ ਹੁੰਦੇ ਨੇ ਤੁਹਾਡੇ 4 ਬਿੱਟ ਹੁੰਦੇ ਨੇ। ਜੇ ਮੈਂ 2 ਨਿਬਲ ਲੈ ਲਾਂ ਤਾਂ ਕਿੰਨੇ ਬਿੱਟ ਹੋ ਗਏ 8 ਬਿੱਟ ਹੋ ਗਏ। 8 ਬਿੱਟ ਕਾਹਦੇ ਬਰਾਬਰ ਨੇ 1 ਬਾਈਟ ਦੇ, ਤਾਂ ਹੋ ਗਿਆ ਨਾ 1 ਬਾਈਟ ਬਰਾਬਰ 2 ਨਿਬਲ ਦੇ। ਠੀਕ ਹੈ ਜੀ, ਧਿਆਨ ਰੱਖਿਓ, ਇੱਕ ਵਾਰ ਪ੍ਰੈਕਟਿਸ ਦੀ ਲੋੜ ਆ, ਕੋਈ ਬਾਹਲੀ ਵੱਡੀ ਚੱਕਰ ਵਾਲੀ ਗੱਲ ਨਹੀਂ ਹੈਗੀ। KB ਤੁਹਾਨੂੰ ਪਤਾ ਹੀ ਹੁੰਦਾ ਹੈ ਕਿਲੋ ਬਾਈਟ 1024। ਤੁਸੀਂ ਕੀ ਕਰਨਾ ਹੈ ਹਰੇਕ ਦੇ ਵਿੱਚ ਕੀ ਰੱਖਣਾ 1024 ਹੀ ਆਊਗਾ। ਠੀਕ ਹੈ, ਆਨਸਰ ਦੇ ਵਿੱਚ ਜੇ ਪੁੱਛ ਲਿਓ ਵੀ ਭਾਈ 1 MB ਕਾਹਦੇ ਬਰਾਬਰ ਹੁੰਦਾ 1024, ਇੱਕ PB ਕਾਹਦੇ ਬਰਾਬਰ ਹੁੰਦਾ 1024, TB GB ਉਹ ਤੁਹਾਨੂੰ ਮੈਂ ਯਾਦ ਕਰਾਵਾਂ। ਦੇਖੋ KB ਤੁਹਾਨੂੰ ਪਤਾ KB ਫਾਈਲ ਸਾਰਿਆਂ ਨਾਲੋਂ ਛੋਟੀ ਹੁੰਦੀ ਹੈ। ਠੀਕ ਹੈ, 1024 ਇਹਦੇ ਵਿੱਚ ਬਾਈਟਸ ਹੁੰਦੇ ਆ ਨਾ ਕਿ ਬਿਟਸ। ਠੀਕ ਹੈ, 1024 ਬਾਈਟਸ। ਉਸ ਤੋਂ ਬਾਅਦ ਜਿਹੜਾ ਆਹ ਚੀਜ਼ ਹੈ KB ਆ ਉਹ ਇੱਧਰ ਆਈ ਜਾਊ ਬਸ, ਜਿਵੇਂ ਜਿਵੇਂ ਤੁਹਾਡੇ ਤੋਂ ਪੁੱਛੀ ਜਾਊ। KB ਤੋਂ ਵੱਡਾ ਕੀ ਹੁੰਦਾ ਜੀ MB, ਇਹ ਵੀ ਸਾਨੂੰ ਪਤਾ ਵੀ MB ਤੱਕ ਹੁੰਦੀ ਹੈ। MB ਗਾਣਾ ਹੋ ਗਿਆ 3 MB ਦਾ 4 MB ਦਾ। ਠੀਕ ਹੈ, MB ਦੀ ਫੁੱਲ ਫਾਰਮ ਮੈਗਾਬਾਈਟ। ਇਹਦੇ ਵਿੱਚ 1024 ਇਹ ਤੁਹਾਨੂੰ ਪਤਾ ਹੀ ਹੈ, ਤਾਂ ਕੀ ਆ ਜਾਊਗਾ MB ਤੋਂ ਛੋਟਾ ਕੀ ਪੜਿਆ ਆਪਾਂ KB। ਠੀਕ ਹੈ ਜੀ, 1 MB ਬਰਾਬਰ 1024 KB। ਉਦੋਂ MB ਤੋਂ ਵੱਡਾ ਹੁੰਦਾ ਸਾਨੂੰ ਪਤਾ ਹੈ GB। ਠੀਕ ਹੈ, ਜੇ ਕੋਈ ਫਿਲਮ ਲੈ ਕੇ ਆਉਣੀ ਅਸੀਂ ਕੀ ਆ ਉਹ ਕਿੰਨੇ GB ਦੀ ਹੁੰਦੀ ਹੈ 1.5 GB ਦੀ 1 GB ਦੀ। ਠੀਕ ਹੈ, ਤਾਂ ਗੀਗਾਬਾਈਟ। MB ਤੁਹਾਡਾ ਇੱਥੇ ਆ ਗਿਆ 1024 ਰਹੂਗਾ ਹੀ ਰਹੂਗਾ। ਠੀਕ ਹੈ ਜੀ, GB ਤੋਂ ਵੱਡਾ ਕਈਆਂ ਨੂੰ ਟੈਰਾਬਾਈਟ ਦਾ ਹੀ ਪਤਾ ਹੁੰਦਾ। ਠੀਕ ਹੈ ਜੀ, TB ਦਾ ਮਤਲਬ ਕੀ ਹੈ ਟੈਰਾਬਾਈਟ। ਠੀਕ ਹੈ ਜੀ, ਇਹਦੇ ਵਿੱਚ ਕੀ ਹੈ ਜੀ 1024 ਹੋਊਗਾ ਹੀ ਹੋਊਗਾ, GB ਕਿੱਧਰ ਆ ਜਾਊਗਾ ਇੱਧਰ ਆ ਜਾਊਗਾ। ਠੀਕ ਹੈ ਜੀ, ਅਗਲੇ ਜਿਹੜੇ ਆਹ 4 ਨੇ ਇਹ ਯਾਦ ਰੱਖਣੇ ਜ਼ਰੂਰੀ ਨੇ। ਠੀਕ ਹੈ, ਇਹਦੀ ਟ੍ਰਿਕ ਕੀ ਬਣਾ ਲਓ, ਇਹਨਾਂ ਦੇ ਮੂਹਰਲੇ ਅੱਖਰ ਚੱਕ ਲਓ PEZ ਤੇ Y। ਪੈਜੀ ਤੋਂ ਯਾਦ ਰੱਖ ਲਓ ਪੈਜੀ। ਠੀਕ ਹੈ, ਪੈਜੀ ਤੋਂ ਯਾਦ ਰੱਖ ਲਓ। ਇੱਕ PV ਪੈਟਾਬਾਈਟ ਕਾਹਦੇ ਬਰਾਬਰ ਹੁੰਦਾ 1024 TB ਦੇ। 1024 TB ਦੇ ਬਰਾਬਰ ਹੁੰਦਾ, TB ਇੱਧਰ ਆ ਗਿਆ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ E ਆ ਗਿਆ। ਐਗਜ਼ਾਬਾਈਟ ਕਾਹਦੇ ਬਰਾਬਰ ਹੁੰਦਾ 1024 PB ਦੇ। ਤੇ ਫਿਰ ਆ ਗਿਆ ਜੀ Z। ਇੱਕ ਜੋਟਾਬਾਈਟ ਕਾਹਦੇ ਬਰਾਬਰ ਹੁੰਦਾ 1024 EB ਦੇ। ਠੀਕ ਹੈ ਜੀ, ਇੱਕ ਯੈਟਾਬਾਈਟ ਕਾਹਦੇ ਬਰਾਬਰ ਹੁੰਦਾ 1024 ਜੋਟਾਬਾਈਟ ਦੇ। ਠੀਕ ਹੈ, ਤੇ ਇਹਨੂੰ 5-4 ਵਾਰ ਪ੍ਰੈਕਟਿਸ ਕਰੋ। ਇੱਕ ਦਿਨ 'ਚ ਨਾ ਕਰੋ, ਇੱਕ ਦਿਨ 'ਚ 2 ਵਾਰ ਕਰ ਲਓ, 2-3 ਦਿਨ ਮਤਲਬ ਬਹੁਤ ਨੇ, ਲਿਖ ਕੇ ਕਰਿਓ ਪ੍ਰੈਕਟਿਸ। ਠੀਕ ਹੈ, ਤਾਂ ਯਾਦ ਹੋਣ ਦੇ ਵਿੱਚ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਆਊਗੀ। ਜੇ ਤੁਹਾਨੂੰ ਸੈਸ਼ਨ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਸੋ ਤੁਹਾਡੇ ਸਪੋਰਟ ਦੀ ਜਿਹੜੀ ਲੋੜ ਹੈ, ਤਾਂ ਮੈਂ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਵਧੀਆ ਵੀਡੀਓਜ਼ ਨੇ ਜਿਹੜੀਆਂ ਉਹ ਲੈ ਕੇ ਆਊਂਗਾ। ਬਹੁਤ ਬਹੁਤ ਧੰਨਵਾਦ।